Hello students, I welcome you again in this channel of economics। ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਰਹੇਗਾ ਉਹ ਆਪਣੇ ਕੱਲ ਵਾਲੇ ਲੈਕਚਰ ਦਾ ਹੀ ਅਗਲਾ ਹਿੱਸਾ ਰਹੇਗਾ। ਜਿਹੜਾ ਆਪਣਾ ਕੱਲ ਵਾਲਾ ਲੈਕਚਰ ਸੀ ਉਹਦੇ ਚ ਆਪਾਂ ਇਹ ਦੇਖਿਆ ਸੀ ਵੀ ਇਕਨੋਮਿਕਸ ਜਿਹੜੀ ਹੈ ਉਹ ਕੀ ਹੁੰਦੀ ਹੈ। ਨੰਬਰ 2 ਆਪਾਂ ਇਹ ਦੇਖਿਆ ਸੀ ਵੀ ਇਕਨੋਮਿਕਸ ਜਿਹੜੀ ਹੈ ਉਹ ਹੋਂਦ ਦੇ ਵਿੱਚ ਕਿਉਂ ਆਈ। ਨੰਬਰ 3 ਆਪਾਂ ਉਹਦੇ ਵਿੱਚ ਇਕਨੋਮਿਕਸ ਦੀਆਂ ਬਾਰੇ ਜਿਹੜੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਸੀ ਚਾਣक्य ਜਾਂ ਕੌਟਿल्य ਦੁਆਰਾ, ਵਪਾਰਵਾਦੀਆਂ ਦੁਆਰਾ। ਨੰਬਰ 3 ਜਿਹੜੇ ਫਿਜ਼ੀਓਕਰੇਟਸ ਸੀ ਉਹਨਾਂ ਦੁਆਰਾ ਜਿਹੜੀਆਂ 3 ਪਰਿਭਾਸ਼ਾਵਾਂ ਦਿੱਤੀਆਂ ਗਈਆਂ ਸੀ ਆਪਾਂ ਉਹ ਪਰਿਭਾਸ਼ਾਵਾਂ ਕੱਲ ਆਪਾਂ ਕੀਤੀਆਂ। ਪਰ ਆਪਾਂ ਕੱਲ ਇੱਕ ਗੱਲ ਕੀਤੀ ਸੀ ਵੀ ਇਹ ਜਿਹੜੀਆਂ 3 ਪਰਿਭਾਸ਼ਾਵਾਂ ਅਰਥਸ਼ਾਸਤਰ ਬਾਰੇ ਦਿੱਤੀਆਂ ਗਈਆਂ ਨੇ ਇਹਨਾਂ ਨੂੰ ਆਪਾਂ ਅਰਥਸ਼ਾਸਤਰ ਦੀ ਕੋਈ ਚੰਗੀ ਪਰਿਭਾਸ਼ਾ ਜਿਹੜੀ ਹੈ ਉਹ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਆਪਾਂ ਉਹਦੇ ਕੱਲ ਕਾਰਨ ਵੀ ਕੀਤੇ ਸੀ ਵੀ ਇਹ 3 ਪਰਿਭਾਸ਼ਾਵਾਂ ਦੇ ਵਿੱਚ ਕੀ ਕੀਤਾ ਗਿਆ ਹੈ ਵੀ ਪੂਰੇ ਦੇ ਪੂਰੇ ਅਰਥਸ਼ਾਸਤਰ ਨੂੰ ਕੰਸੀਡਰ ਨਹੀਂ ਕੀਤਾ ਗਿਆ। ਜਿਹੜਾ ਚਾਣक्य ਦੀ ਪਰਿਭਾਸ਼ਾ ਹੈ ਉਹਨੇ ਕੀ ਕੀਤਾ, ਅਰਥਸ਼ਾਸਤਰ ਨੂੰ ਸਿਰਫ ਤੇ ਸਿਰਫ ਰਾਜਨੀਤੀ ਵਾਸਤੇ ਯੂਜ਼ ਕੀਤਾ। ਜਿਹੜਾ ਫਿਜ਼ੀਓਕਰੇਟਸ ਸੀ ਉਹਨਾਂ ਨੇ ਖੇਤੀਬਾੜੀ ਨਾਲ ਉਹਨੂੰ ਸੰਬੰਧਿਤ ਕੀਤਾ। ਜਿਹੜੇ ਵਪਾਰਵਾਦੀ ਸੀ ਉਹਨਾਂ ਨੇ ਉਹਨੂੰ ਸਿਰਫ ਧਨ ਨਾਲ ਸੰਬੰਧਿਤ ਕੀਤਾ। ਤਾਂ ਇਹਨਾਂ ਤਿੰਨਾਂ ਪਰਿਭਾਸ਼ਾਵਾਂ ਨੂੰ ਹੀ ਜਿਹੜਾ ਹੈ ਉਹ ਆਪਾਂ ਅਰਥਸ਼ਾਸਤਰ ਦੀ ਇੱਕ ਚੰਗੀ ਪਰਿਭਾਸ਼ਾ ਜਿਹੜੀ ਹੈ ਉਹ ਨਹੀਂ ਕਹਿ ਸਕਦੇ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਹੋਰ ਬੜੇ ਸਾਰੇ ਅਰਥਸ਼ਾਸਤਰੀ ਜਿਹੜੇ ਨੇ ਉਹ ਸਮੇਂ-ਸਮੇਂ ਤੇ ਆਏ ਜਿਨ੍ਹਾਂ ਨੇ ਅਰਥਸ਼ਾਸਤਰ ਦੇ ਬਾਰੇ ਆਪਣੀਆਂ ਪਰਿਭਾਸ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ। ਪਰ ਉਹਨਾਂ ਚੋਂ ਕੋਈ ਵੀ ਅਰਥਸ਼ਾਸਤਰੀ ਐਜਾ ਨਹੀਂ ਸੀ ਜਿਨੇ ਅਰਥਸ਼ਾਸਤਰ ਦੀ ਕੋਈ ਇੱਕ ਤਰਤੀਬਵਾਰ ਇੱਕ ਸਿਸਟਮੈਟਿਕ ਪਰਿਭਾਸ਼ਾ ਜਿਹੜੀ ਹੈ ਉਹ ਦਿੱਤੀ ਹੋਏ। ਤਾਂ ਉਹਦੇ ਵਾਸਤੇ ਜਿਹੜੇ ਅਰਥਸ਼ਾਸਤਰੀ ਸੀ ਉਹਨਾਂ ਨੂੰ ਬੜਾ ਲੰਬਾ ਇੰਤਜ਼ਾਰ ਜਿਹੜਾ ਹੈ ਉਹ ਕਰਨਾ ਪਿਆ। ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਬੰਦੇ ਨੇ ਅਰਥਸ਼ਾਸਤਰ ਦੀ ਸਭ ਤੋਂ ਸਿਸਟਮੈਟਿਕ ਤੇ ਇੱਕ ਵਿਵਸਥਿਤ ਪਰਿਭਾਸ਼ਾ, ਇੱਕ ਬਿਲਕੁਲ ਇੱਕ ਤਰਤੀਬਵਾਰ ਪਰਿਭਾਸ਼ਾ ਦਿੱਤੀ, ਜਿਹਨੇ ਅਰਥਸ਼ਾਸਤਰ ਨੂੰ ਇੱਕ ਆਮ ਇੰਡੀਪੈਂਡੈਂਟ ਵਿਸ਼ੇ ਦੇ ਤੌਰ ਤੇ ਡਿਵੈਲਪ ਕੀਤਾ, ਉਸ ਬੰਦੇ ਦੀ ਪਰਿਭਾਸ਼ਾ ਤੋਂ ਆਪਾਂ ਅੱਜ ਸ਼ੁਰੂਆਤ ਕਰਾਂਗੇ। ਤਾਂ ਉਹ ਜਿਹੜੀ ਪਰਿਭਾਸ਼ਾ ਹੈ ਸਭ ਤੋਂ ਪਹਿਲੀ ਪਰਿਭਾਸ਼ਾ ਆਪਾਂ ਨੂੰ ਅਰਥਸ਼ਾਸਤਰ ਦੀ ਮੰਨਦੇ ਹਾਂ ਉਹ ਪਰਿਭਾਸ਼ਾ ਦਿੱਤੀ ਗਈ ਸੀ ਐਡਮ ਸਮਿਥ ਦੁਆਰਾ। ਐਡਮ ਸਮਿਥ ਨੇ ਕੀ ਕੀਤਾ, ਉਹਨਾਂ ਨੇ 1776 ਦੇ ਵਿੱਚ, ਆਮ ਤੌਰ ਤੇ ਕਈ ਵਾਰੀ ਆਪਾਂ ਨੂੰ 1 ਨੰਬਰ ਦਾ ਪ੍ਰਸ਼ਨ ਵੀ ਆ ਜਾਂਦਾ ਹੈ ਵੀ ਐਡਮ ਸਮਿਥ ਨੇ ਆਪਣੀ ਪਰਿਭਾਸ਼ਾ ਜਿਹੜੀ ਹੈ ਉਹ ਕਿਹੜੇ ਸਾਲ ਦੇ ਵਿੱਚ ਦਿੱਤੀ ਸੀ। ਤਾਂ ਸਾਲ ਕਿਹੜਾ ਰਹੇਗਾ? 1776। 1776 ਦੇ ਵਿੱਚ ਉਹਨਾਂ ਨੇ ਨਾ ਆਪਣੀ ਇੱਕ ਕਿਤਾਬ ਲਿਖੀ। ਉਸ ਕਿਤਾਬ ਦਾ ਨਾਮ ਜਿਹੜਾ ਹੈ ਉਹ ਸੀ ਐਨ ਇਨਕੁਆਇਰੀ into the nature and causes of wealth of nations। ठीक है, तो ਇਹ ਉਹਨਾਂ ਦੀ ਕਿਤਾਬ ਦਾ ਨਾਮ ਸੀ। ਜੇ ਤਾਂ ਤੁਹਾਨੂੰ ਇਸ ਕਿਤਾਬ ਦਾ ਪੂਰਾ ਨਾਮ ਯਾਦ ਹੋ ਜਾਵੇ ਫਿਰ ਤਾਂ ਬਹੁਤ ਚੰਗਾ। ਜੇਕਰ ਇਹ ਕਿਤਾਬ ਦਾ ਨਾਮ ਪੂਰਾ ਯਾਦ ਨਾ ਹੋਵੇ ਤਾਂ ਅਗਰ ਤੁਸੀਂ ਖਾਲੀ wealth of nations ਵੀ ਆਪਣੇ ਪੇਪਰ ਦੇ ਵਿੱਚ ਲਿਖ ਦਿਓਗੇ ਤਾਂ ਆਪਾਂ ਨੂੰ ਗਲਤ ਨਹੀਂ ਕਹਿ ਸਕਦੇ। ਕੋਸ਼ਿਸ਼ ਕਰੋ ਕਿ ਪੂਰਾ ਦਾ ਪੂਰਾ ਨਾਮ ਜਿਹੜਾ ਉਹ ਤੁਹਾਨੂੰ ਯਾਦ ਹੋ ਜਾਵੇ। ਕਿਉਂ? ਜੇਕਰ ਤੁਹਾਨੂੰ ਪੂਰਾ ਨਾਮ ਯਾਦ ਹੋ ਗਿਆ ਇਸ ਕਿਤਾਬ ਦਾ ਤਾਂ ਤੁਹਾਨੂੰ ਐਡਮ ਸਮਿਥ ਦੀ ਪਰਿਭਾਸ਼ਾ ਜਿਹੜੀ ਹੈ ਉਹ ਯਾਦ ਕਰਨਾ ਜਿਹੜਾ ਹੈ ਸੌਖਾ ਹੋ ਜਾਊਗਾ। ਕਿਉਂਕਿ ਉਹਨਾਂ ਦੀ ਜਿਹੜੀ ਪਰਿਭਾਸ਼ਾ ਹੈ ਉਹਨਾਂ ਦੀ ਕਿਤਾਬ ਦੇ ਨਾਮ ਦੇ ਵਿੱਚ ਹੀ ਹੈ। ਤਾਂ ਆਪਾਂ ਜਦੋਂ ਐਡਮ ਸਮਿਥ ਦੀ ਪਰਿਭਾਸ਼ਾ ਹੁਣੇ ਕਰਾਂਗੇ ਤਾਂ ਆਪਾਂ ਕੋਈ ਨਵੀਂ ਚੀਜ਼ ਨਹੀਂ ਕਰਨੀ ਹੈ। ਆਪਾਂ ਉਹਨਾਂ ਦੀ ਇਸ ਕਿਤਾਬ ਦੇ ਨਾਮ ਦੇ ਵਿੱਚੋਂ ਹੀ ਇੱਕ ਇੱਕ ਅੱਖਰ ਨੂੰ ਪਕੜ ਕੇ ਉਹਨਾਂ ਦੀ ਪਰਿਭਾਸ਼ਾ ਜਿਹੜੀ ਹੈ ਉਹ ਆਪਾਂ ਬਣਾਵਾਂਗੇ। ਤਾਂ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਐਡਮ ਸਮਿਥ ਜੀ ਨੇ 1776 ਦੇ ਵਿੱਚ ਜਿਹੜੀ ਆਪਣੀ ਕਿਤਾਬ ਲਿਖੀ ਐਨ ਇਨਕੁਆਇਰੀ ਇਨਟੂ ਦਾ ਨੇਚਰ ਐਂਡ causes of wealth of nations, ਉਹਨਾਂ ਵਿੱਚ ਉਹਨਾਂ ਨੇ ਪਹਿਲੀ ਵਾਰ ਅਰਥਸ਼ਾਸਤਰ ਦੀ ਇੱਕ ਸਿਸਟਮੈਟਿਕ ਪਰਿਭਾਸ਼ਾ ਦਿੱਤੀ ਜਿਸ ਕਰਕੇ ਐਡਮ ਸਮਿਥ ਨੂੰ ਆਪਾਂ ਕੀ ਕਹਿੰਦੇ ਆ, ਉਹਨਾਂ ਨੂੰ ਆਪਾਂ ਅਰਥਸ਼ਾਸਤਰ ਦਾ ਪਿਤਾ ਕਹਿੰਦੇ ਆ। ਮਤਲਬ ਇੱਕ ਅਜਿਹਾ ਵਿਅਕਤੀ ਜਿਹਨੇ ਅਰਥਸ਼ਾਸਤਰ ਨੂੰ ਇੱਕ ਵਿਸ਼ੇ ਦੇ ਤੌਰ ਤੇ ਜਨਮ ਦਿੱਤਾ। ਤਾਂ ਆਪਾਂ 1 ਨੰਬਰ ਦਾ ਕੁਐਸਚਨ ਇੱਥੇ ਹੋਲਡ ਕਰ ਲਿਆ ਵੀ ਕਈ ਵਾਰੀ ਪੇਪਰ ਦੇ ਵਿੱਚ ਆ ਜਾਂਦਾ ਹੈ ਕਿ ਅਰਥਸ਼ਾਸਤਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ। ਤਾਂ ਆਨਸਰ ਕੀ ਰਹੇਗਾ? ਐਡਮ ਸਮਿਥ ਨੂੰ। ਠੀਕ ਹੈ ਜੀ। ਤਾਂ ਹੁਣ ਉਹਨਾਂ ਨੇ ਜਿਹੜੀ ਪਰਿਭਾਸ਼ਾ ਦਿੱਤੀ ਉਸ ਪਰਿਭਾਸ਼ਾ ਨੂੰ ਆਪਾਂ ਕਹਿੰਦੇ ਆ
ਧਨ ਸੰਬੰਧੀ ਪਰਿਭਾਸ਼ਾ। ਤਾਂ ਧਨ ਸੰਬੰਧੀ ਪਰਿਭਾਸ਼ਾ ਕਿਉਂ? ਕਿਉਂਕਿ ਉਹਨਾਂ ਨੇ ਆਪਣੀ ਪੂਰੀ ਦੀ ਪੂਰੀ ਪਰਿਭਾਸ਼ਾ ਦੇ ਵਿੱਚ ਜੋ ਉਹਨਾਂ ਨੇ ਅਰਥ ਸ਼ਾਸਤਰ ਦੀ ਦਿੱਤੀ, ਉਹਨਾਂ ਨੇ ਅਗਰ ਸਭ ਤੋਂ ਜ਼ਿਆਦਾ ਇੰਪੋਰਟੈਂਸ, ਸਭ ਤੋਂ ਜ਼ਿਆਦਾ ਮਹੱਤਵ ਅਗਰ ਕਿਸੇ ਚੀਜ਼ ਨੂੰ ਦਿੱਤਾ ਤਾਂ ਉਹ ਕੀ ਚੀਜ਼ ਸੀ? ਧਨ। ਤਾਂ ਇਸ ਕਰਕੇ ਉਹਨਾਂ ਦੀ ਪਰਿਭਾਸ਼ਾ ਨੂੰ ਆਪਾਂ ਧਨ ਸੰਬੰਧੀ ਪਰਿਭਾਸ਼ਾ ਕਹਿੰਦੇ ਹਾਂ। ਹੁਣ ਐਡਮ ਸਮਿਥ ਜਿਹੜੇ ਨੇ ਉਹ ਆਪਣੀ ਪਰਿਭਾਸ਼ਾ ਦੇ ਵਿੱਚ ਕੀ ਗੱਲ ਕਰਦੇ ਨੇ? ਉਹ ਕਹਿੰਦੇ ਨੇ ਕਿ ਅਰਥ ਸ਼ਾਸਤਰ ਕੀ ਚੀਜ਼ ਹੈ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਆਪਾਂ ਜਦੋਂ ਉਹਨਾਂ ਦੀ ਪਰਿਭਾਸ਼ਾ ਕਰਾਂਗੇ ਤਾਂ ਉਹਨਾਂ ਦੀ ਜਿਹੜੀ ਕਿਤਾਬ ਦਾ ਨਾਮ ਹੈ ਆਪਾਂ ਉਸ ਕਿਤਾਬ ਦੇ ਨਾਮ ਤੋਂ ਹੀ ਉਹਨਾਂ ਦੀ ਪਰਿਭਾਸ਼ਾ ਜਿਹੜੀ ਹੈ ਉਹਨੂੰ ਪ੍ਰਾਪਤ ਕਰਾਂਗੇ। ਤਾਂ ਆਪਾਂ ਇੱਥੋਂ ਹੀ ਦੇਖਦੇ ਹਾਂ। ਉਹ ਕਹਿੰਦੇ ਹੈ ਕਿ ਅਰਥ ਸ਼ਾਸਤਰ ਕੀ ਚੀਜ਼ ਹੈ? ਉਹ ਕਹਿੰਦੇ ਆ ਅਰਥ ਸ਼ਾਸਤਰ ਜਿਹੜਾ ਹੈ ਉਹ ਇੱਕ ਇਨਕੁਆਇਰੀ ਹੈ। ਇਨਕੁਆਇਰੀ ਕੀ ਹੁੰਦਾ ਹੈ? ਜਾਂਚ ਪੜਤਾਲ। ਯਾਨੀ ਕਿ ਆਪਾਂ ਅਰਥ ਸ਼ਾਸਤਰ ਦੇ ਵਿੱਚ ਕੀ ਕਰਨਾ ਹੈ? ਆਪਾਂ ਇਹਦੇ ਵਿੱਚ ਜਾਂਚ ਪੜਤਾਲ ਕਰਨੀ ਹੈ। ਜਾਂਚ ਪੜਤਾਲ ਕਿਸ ਚੀਜ਼ ਦੀ? ਨੇਚਰ। ਨੇਚਰ ਕੀ ਹੁੰਦਾ? ਸੁਭਾਅ। ਆਪਾਂ ਇਹ ਦੇਖਣਾ ਹੈ ਜਿਹੜਾ ਸੁਭਾਅ ਕਿਸ ਚੀਜ਼ ਦਾ ਹੈ। ਕਾਜ਼ਿਸ। ਕਾਜ਼ਿਸ ਕੀ ਹੁੰਦਾ ਹੈ? ਕਾਰਨ। ਕਾਰਨ ਤੇ ਸੁਭਾਅ ਕਿਸ ਚੀਜ਼ ਦੇ ਕਾਰਨ ਤੇ ਕਿਸ ਚੀਜ਼ ਦੇ ਸੁਭਾਅ ਦੀ ਆਪਾਂ ਜਾਂਚ ਪੜਤਾਲ ਕਰਨੀ ਹੈ। ਵੈਲਥ। ਵੈਲਥ ਮਤਲਬ ਧਨ। ਨੇਸ਼ਨ ਮਤਲਬ ਰਾਸ਼ਟਰ। ਮਤਲਬ ਜਿਹੜੇ ਅਲੱਗ-ਅਲੱਗ ਰਾਸ਼ਟਰ ਯਾਨੀ ਕਿ ਦੇਸ਼ ਹੈਗੇ ਆ, ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਧਨ ਹੈਗਾ ਉਸ ਧਨ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਤੇ ਉਸ ਧਨ ਦੇ ਕਾਰਨ ਕਿਸ ਤਰ੍ਹਾਂ ਦੇ ਨੇ। ਕਾਰਨ ਦਾ ਮਤਲਬ ਕੀ ਹੋਇਆ ਵੀ ਜਿਹੜਾ ਧਨ ਹੈ ਉਹ ਆਇਆ ਕਿੱਥੋਂ? ਮਤਲਬ ਧਨ ਦਾ ਉਤਪਾਦਨ ਕਿਵੇਂ ਹੋਇਆ, ਧਨ ਨੂੰ ਖਰਚ ਕਿਵੇਂ ਕੀਤਾ ਜਾਏਗਾ, ਜੇ ਧਨ ਨੂੰ ਹੋਰ ਵਧਾਉਣਾ ਹੈ ਤਾਂ ਉਹਨੂੰ ਕਿਵੇਂ ਵਧਾਇਆ ਜਾਏਗਾ। ਇਹਨਾਂ ਸਾਰੀਆਂ ਚੀਜ਼ਾਂ ਦੇ ਕਾਰਨ ਜਿਹੜੇ ਨੇ ਉਹਨਾਂ ਦੀ ਕੀ ਕਰਾਂਗੇ? ਆਪਾਂ ਜਾਂਚ ਪੜਤਾਲ ਕਰਾਂਗੇ। ਤਾਂ ਉਹਨੂੰ ਆਪਾਂ ਕੀ ਕਹਾਂਗੇ? ਅਰਥ ਸ਼ਾਸਤਰ ਦੀ ਐਡਮ ਸਮਿਥ ਦੀ ਪਰਿਭਾਸ਼ਾ। ਇੱਕ ਵਾਰੀ ਹੋਰ ਦੇਖ ਲੈਂਦੇ ਆ ਉਹਨਾਂ ਦੀ ਕਿਤਾਬ ਦੇ ਨਾਮ ਤੋਂ ਆਪਾਂ ਉਹਨਾਂ ਦੀ ਪਰਿਭਾਸ਼ਾ ਬਣਾ ਸਕਦੇ ਹਾਂ। ਐਡਮ ਸਮਿਥ ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਜਿਹੜਾ ਅਰਥ ਸ਼ਾਸਤਰ ਹੈ ਉਹ ਕੀ ਹੈ? ਇੱਕ ਜਾਂਚ ਪੜਤਾਲ ਹੈ। ਜਾਂਚ ਪੜਤਾਲ ਕਿਸ ਚੀਜ਼ ਦੀ? ਜਿਹੜੇ ਅਲੱਗ-ਅਲੱਗ ਦੇਸ਼ ਨੇ, ਰਾਸ਼ਟਰ ਨੇ, ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਧਨ ਮੌਜੂਦ ਹੈ ਉਸ ਧਨ ਦਾ ਸੁਭਾਅ ਕੀ ਹੈ ਤੇ ਉਸ ਧਨ ਦੇ ਕਾਰਨ ਕੀ ਨੇ। ਤਾਂ ਧਨ ਦੇ ਸੁਭਾਅ ਤੇ ਧਨ ਦੇ ਕਾਰਨਾਂ ਦੀ ਇੱਕ ਅਜਿਹਾ ਵਿਸ਼ਾ ਜੋ ਇਸ ਧਨ ਦੇ ਕਾਰਨਾਂ ਤੇ ਇਸ ਧਨ ਦੇ ਸੁਭਾਅ ਦੀ ਕੀ ਕਰੇਗਾ? ਜਾਂਚ ਪੜਤਾਲ ਕਰੇਗਾ। ਉਹਨੂੰ ਆਪਾਂ ਕੀ ਕਹਾਂਗੇ? ਅਰਥ ਸ਼ਾਸਤਰ ਕਹਾਂਗੇ। ਮਤਲਬ ਉਹਨਾਂ ਨੇ ਅਰਥ ਸ਼ਾਸਤਰ ਨੂੰ ਕੀ ਕੀਤਾ? ਸੀਮਿਤ ਕਰਤਾ। ਕਿਸ ਚੀਜ਼ ਤੱਕ? ਜਿਹੜੇ ਅਲੱਗ-ਅਲੱਗ ਦੇਸ਼ ਨੇ ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਧਨ ਮੌਜੂਦ ਹੈ ਉਸ ਧਨ ਦੇ ਸੁਭਾਅ ਦੇ ਜਾਂਚ ਪੜਤਾਲ ਕਰਨ ਵਾਸਤੇ ਤੇ ਉਸ ਧਨ ਦੇ ਕਾਰਨਾਂ ਦੀ ਜਾਂਚ ਪੜਤਾਲ ਕਰਨ ਵਾਸਤੇ। ਹੁਣ ਆਪਾਂ ਇਹਨਾਂ ਸਾਰੇ ਸ਼ਬਦਾਂ ਨੂੰ ਇੱਕ-ਇੱਕ ਕਰਕੇ ਜਿਹੜਾ ਹੈ ਉਹ ਦੇਖਣ ਵਾਲੇ ਹਾਂ। ਤਾਂ ਸਭ ਤੋਂ ਪਹਿਲਾਂ ਉਹ ਕਹਿੰਦੇ ਆ ਕਿ ਆਪਾਂ ਕੀ ਕਰਨਾ ਹੈ? ਜਿਹੜਾ ਆਪਣੇ ਕੋਲ ਧਨ ਮੌਜੂਦ ਹੈ ਆਪਾਂ ਉਸ ਧਨ ਦਾ ਕੀ ਦੇਖਣਾ ਹੈ? ਸੁਭਾਅ ਦੇਖਣਾ ਹੈ। ਹੁਣ ਧਨ ਦੇ ਸੁਭਾਅ ਦਾ ਮਤਲਬ ਕੀ ਹੈ? ਵੀ ਧਨ ਜਿਹੜਾ ਹੈ ਉਹ ਕਿਹੋ ਜਿਹਾ ਹੈ। ਤਾਂ ਧਨ ਕਿਹੋ ਜਿਹਾ ਹੁੰਦਾ? ਹਰੇਕ ਦੇਸ਼ ਦੇ ਵਿੱਚ ਜਿਹੜਾ ਧਨ ਹੈ ਉਹ ਚਾਰ ਤਰ੍ਹਾਂ ਦਾ ਜਿਹੜਾ ਹੈ ਉਹ ਮੌਜੂਦ ਹੁੰਦਾ ਹੈ। ਭਾਵੇਂ ਕੋਈ ਮਰਜ਼ੀ ਦੇਸ਼ ਹੈ, ਭਾਵੇਂ ਤਾਂ ਅਲਪ ਵਿਕਸਿਤ ਦੇਸ਼ ਨੇ, ਭਾਵੇਂ ਵਿਕਾਸਸ਼ੀਲ ਦੇਸ਼ ਨੇ, ਭਾਵੇਂ ਵਿਕਸਿਤ ਦੇਸ਼ ਨੇ, ਜੋ ਮਰਜ਼ੀ ਦੇਸ਼ ਨੇ, ਸਾਰੇ ਦੇਸ਼ਾਂ ਦੇ ਵਿੱਚ ਚਾਰ ਤਰ੍ਹਾਂ ਦਾ ਧਨ ਜਿਹੜਾ ਹੈ ਉਹ ਮੌਜੂਦ ਹੁੰਦਾ ਹੈ। ਆਪਾਂ ਹੁਣ ਉਹ ਚਾਰ ਤਰ੍ਹਾਂ ਦੇ ਧਨ ਜਿਹੜੇ ਨੇ ਉਹ ਇੱਥੇ ਆਪਾਂ ਦੇਖਣ ਵਾਲੇ ਹਾਂ। ਸਭ ਤੋਂ ਪਹਿਲਾ ਜਿਹੜਾ ਧਨ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਕੁਦਰਤੀ ਧਨ। ਕੁਦਰਤੀ ਧਨ ਕੀ ਹੈ? ਯਾਨੀ ਅਜਿਹਾ ਧਨ, ਅਜਿਹੀ ਜਾਇਦਾਦ ਜਿਹੜੀ ਆਪਾਂ ਨੂੰ ਕੁਦਰਤ ਨੇ ਦਿੱਤੀ ਹੈ। ਯਾਨੀ ਇਹ ਅਜਿਹੀ ਚੀਜ਼ ਹੁੰਦੀ ਹੈ ਜਿੰਦੇ ਵਿੱਚ ਆਪਣਾ ਖੁਦ ਦਾ ਕੋਈ ਕੰਟਰੀਬਿਊਸ਼ਨ, ਕੋਈ ਯੋਗਦਾਨ ਨਹੀਂ ਹੁੰਦਾ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਕੁਦਰਤ ਦੀ ਤਰਫ ਤੋਂ ਮਿਲਦੀਆਂ ਨੇ। ਜਿਵੇਂ ਆਪਾਂ ਕਹੀਏ ਵੀ ਆਪਣੇ ਜਿਹੜੇ ਖਣਿਜ ਪਦਾਰਥ ਨੇ ਜਿਹੜੇ ਆਪਾਂ ਨੂੰ ਜ਼ਮੀਨ ਤੋਂ ਮਿਲਦੇ ਹੈ, ਜਾਂ ਆਪਾਂ ਕਹੀਏ ਵੀ ਜਿਹੜੇ ਓਪੈਕ ਦੇਸ਼ ਨੇ ਉਹਨਾਂ ਦੀ ਜ਼ਮੀਨ ਦੇ ਅੰਦਰ ਪੈਟਰੋਲ, ਡੀਜ਼ਲ ਨਿਕਲ ਰਿਹਾ ਹੈ, ਜਾਂ ਜਿਹੜੇ ਪੇੜ ਨੇ, ਪੌਦੇ ਨੇ, ਜੜੀ ਬੂਟੀਆਂ ਨੇ, ਪਹਾੜ ਨੇ, ਨਦੀਆਂ ਨੇ, ਇਹ ਸਾਰਾ ਧਨ ਜਿਹੜਾ ਹੈ ਉਹ ਆਪਾਂ ਨੂੰ ਕਿਹਨੇ ਦਿੱਤਾ ਹੈ? ਕੁਦਰਤ ਨੇ ਦਿੱਤਾ ਹੈ। ਤਾਂ ਆਪਾਂ ਨੂੰ ਕੀ ਕਵਾਂਗੇ? ਕੁਦਰਤੀ ਧਨ ਕਵਾਂਗੇ। ਹਰੇਕ ਦੇਸ਼ ਦੇ ਵਿੱਚ ਕੁਦਰਤੀ ਧਨ ਜਿਹੜਾ ਹੈ ਉਹ ਮੌਜੂਦ ਹੋਇਆ ਕਰਦਾ ਹੈ। ਦੂਜਾ ਜਿਹੜਾ ਧਨ ਹੈ ਉਹਨੂੰ ਆਪਾਂ ਕਹਿੰਦੇ ਹਾਂ ਵਿੱਤੀ ਧਨ। ਵਿੱਤੀ ਧਨ ਕੀ ਹੈ?
ਵਿੱਤ ਦਾ ਮਤਲਬ ਹੁੰਦਾ ਹੈ ਪੈਸਾ। ਅਜਿਹਾ ਧਨ ਜੋ ਕਿਸੇ ਵੀ ਦੇਸ਼ ਦੇ ਵਿੱਚ ਪੈਸੇ ਦੇ ਰੂਪ ਦੇ ਵਿੱਚ ਮੌਜੂਦ ਹੁੰਦਾ ਹੈ ਉਹਨੂੰ ਆਪਾਂ ਕੀ ਕਹਿੰਦੇ ਆ, ਵਿੱਤੀ ਧਨ ਕਹਿੰਦੇ ਆ। ਤੀਜਾ ਜਿਹੜਾ ਧਨ ਹੈ ਉਹਨੂੰ ਆਪਾਂ ਕਹਿੰਦੇ ਆ ਭੌਤਿਕ ਧਨ। ਭੌਤਿਕ ਧਨ ਕੀ ਚੀਜ਼ ਹੈ? ਅਜਿਹਾ ਧਨ ਜੋ ਕਿਸੇ ਵੀ ਦੇਸ਼ ਦੇ ਵਿੱਚ ਮਸ਼ੀਨਾਂ ਦੇ ਰੂਪ ਦੇ ਵਿੱਚ ਮੌਜੂਦ ਹੁੰਦਾ ਹੈ। ਯਾਨੀ ਇੱਕ ਦੇਸ਼ ਵਿੱਚ ਜੇਕਰ ਉਸਨੇ ਉਤਪਾਦਨ ਕਰਨਾ ਹੈ ਉਹਦੇ ਕੋਲ ਕਿੰਨੀਆਂ ਮਸ਼ੀਨਾਂ ਮੌਜੂਦ ਨੇ ਉਹਨੂੰ ਆਪਾਂ ਕੀ ਕਹਾਂਗੇ, ਭੌਤਿਕ ਧਨ ਕਹਾਂਗੇ। ਜਿਹੜਾ ਲਾਸਟ ਆਂਦਾ ਹੈ ਉਹਨੂੰ ਆਪਾਂ ਕਹਿੰਦੇ ਆ ਮਨੁੱਖੀ ਧਨ। ਜਿਹੜਾ ਮਨੁੱਖੀ ਧਨ ਹੈ ਉਹਨੂੰ ਆਪਾਂ ਮਨੁੱਖੀ ਪੂੰਜੀ ਵੀ ਕਹਿ ਸਕਦੇ ਹਾਂ। ਇੱਥੇ ਹੁਣ ਆਪਾਂ ਨੂੰ ਇੱਕ ਚੀਜ਼ ਸਮਝਣੀ ਪਏਗੀ ਕਿ ਜਿੰਨੇ ਵੀ ਮਨੁੱਖ ਇੱਕ ਦੇਸ਼ ਵਿੱਚ ਰਹਿ ਰਹੇ ਹੁੰਦੇ ਨੇ ਉਹ ਸਾਰੇ ਦੇ ਸਾਰੇ ਮਨੁੱਖ ਜਿਹੜੇ ਨੇ ਉਹ ਮਨੁੱਖੀ ਪੂੰਜੀ ਜਾਂ ਮਨੁੱਖੀ ਧਨ ਨਹੀਂ ਹੁੰਦੇ। ਤੁਹਾਡੇ ਇੱਕ ਚੈਪਟਰ ਵੀ ਆਏਗਾ ਉਹਦਾ ਨਾਮ ਹੀ ਇਹ ਹੈ ਮਨੁੱਖੀ ਪੂੰਜੀ ਨਿਰਮਾਣ। यानी ਆਪਾਂ ਮਨੁੱਖੀ ਪੂੰਜੀ ਜਾਂ ਮਨੁੱਖੀ ਧਨ ਦਾ ਕੀ ਕਰਨਾ ਹੈ, ਨਿਰਮਾਣ ਕਰਨਾ ਹੈ। ਮਨੁੱਖੀ ਪੂੰਜੀ ਨੂੰ ਆਪਾਂ ਬਣਾਉਣਾ ਹੈ। ਤਾਂ ਯਾਦ ਜਿਹੜੀ ਚੀਜ਼ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਸਾਰੇ ਦੇ ਸਾਰੇ ਮਨੁੱਖ ਜਿਹੜੇ ਨੇ ਉਹ ਮਨੁੱਖੀ ਪੂੰਜੀ ਨਹੀਂ ਹੁੰਦੇ। ਜਿਵੇਂ ਕਿ ਅਗਰ ਆਪਾਂ ਭਾਰਤ ਦੀ ਐਗਜ਼ਾਮਪਲ ਲਈਏ, ਭਾਰਤ ਦੀ ਜਨਸੰਖਿਆ ਲਗਭਗ ਜਿਹੜੀ ਹੈ 130 ਤੋਂ 135 ਕਰੋੜ ਦੇ ਵਿੱਚ ਹੈ। ਤਾਂ ਹੁਣ ਇਹਦਾ ਮਤਲਬ ਕਿ ਭਾਰਤ ਦੇ ਵਿੱਚ 130 ਤੋਂ ਲੈ ਕੇ 135 ਕਰੋੜ ਲੋਕ ਰਹਿੰਦੇ ਆ। ਤਾਂ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਉਹ ਮਨੁੱਖੀ ਪੂੰਜੀ ਨਹੀਂ ਹੋਣਗੇ। ਹਾਲਾਂਕਿ ਉਹ ਸਾਰੇ ਦੇ ਸਾਰੇ ਕੀ ਨੇ, ਮਨੁੱਖ ਜ਼ਰੂਰ ਨੇ। ਹੁਣ ਮਨੁੱਖ ਤੇ ਮਨੁੱਖੀ ਪੂੰਜੀ ਦੋਨਾਂ 'ਚ ਕੀ ਫਰਕ ਹੋਇਆ? ਮਨੁੱਖੀ ਪੂੰਜੀ ਆਪਾਂ ਸਿਰਫ ਉਹਨਾਂ ਲੋਕਾਂ ਨੂੰ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਕਿਸੇ ਵੀ ਕੰਮ ਨੂੰ ਕਰਨ ਦੀ ਕਾਬਲੀਅਤ ਹੁੰਦੀ ਹੈ, ਯੋਗਤਾ ਹੁੰਦੀ ਹੈ, ਕਿਸੇ ਨੂੰ ਕੰਮ ਨੂੰ ਕਰਨ ਦੀ ਕੁਸ਼ਲਤਾ ਹੁੰਦੀ ਹੈ, ਸਕਿੱਲਸ ਹੁੰਦੀਆਂ ਨੇ। ਸਿਰਫ ਆਪਾਂ ਉਹਨਾਂ ਲੋਕਾਂ ਨੂੰ ਹੀ ਜਿਹੜਾ ਹੈ ਉਹ ਮਨੁੱਖੀ ਪੂੰਜੀ ਕਹਾਂਗੇ। ਜਿਹੜੇ ਲੋਕ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਕੋਈ ਕੰਮ ਕਰਨ ਦੀ ਕਾਬਲੀਅਤ ਉਹਨਾਂ ਦੇ ਵਿੱਚ ਨਹੀਂ ਹੈਗੀ ਉਹਨਾਂ ਨੂੰ ਆਪਾਂ ਮਨੁੱਖੀ ਪੂੰਜੀ ਨਹੀਂ ਕਹਾਂਗੇ। ਕਿਉਂਕਿ ਜੇਕਰ ਕਿਸੇ ਦੇਸ਼ ਦਾ ਵਿਕਾਸ ਹੁੰਦਾ ਹੈ ਤਾਂ ਕੌਣ ਕਰੇਗਾ? ਕੋਈ ਆਮ ਮਨੁੱਖ ਨਹੀਂ ਕਰ ਸਕਦਾ। ਜਿਹੜੇ ਮਨੁੱਖਾਂ ਦੇ ਵਿੱਚ ਕੰਮ ਨੂੰ ਕਰਨ ਦੀ ਕਾਬਲੀਅਤ ਹੋਏਗੀ, ਯੋਗਤਾ ਹੋਏਗੀ, ਕੁਸ਼ਲਤਾ ਹੋਏਗੀ, ਸਕਿੱਲਸ ਹੋਣਗੀਆਂ, ਉਹੀ ਲੋਕ ਜਿਹੜੇ ਨੇ ਉਹ ਦੇਸ਼ ਦਾ ਵਿਕਾਸ ਕਰ ਸਕਦੇ ਨੇ। ਤਾਂ ਹਰੇਕ ਦੇਸ਼ ਦੇ ਵਿੱਚ ਇਹ ਚਾਰ ਤਰ੍ਹਾਂ ਦਾ ਧਨ ਜਿਹੜਾ ਹੈ ਉਹ ਮੌਜੂਦ ਹੋਇਆ ਕਰਦਾ ਹੈ। ਪਰ ਜਿਹੜੇ ਐਡਮ ਸਮਿਥ ਨੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਧਨ ਨੂੰ ਇਹਨਾਂ ਚਾਰ ਹਿੱਸਿਆਂ ਦੇ ਵਿੱਚ ਨਹੀਂ ਵੰਡਿਆ। ਉਹਨਾਂ ਨੇ ਕੀ ਕੀਤਾ? ਜਿਹੜੇ ਧਨ ਦੀ ਗੱਲ ਕੀਤੀ ਹੈ ਉਹਨਾਂ ਨੇ ਸਾਰੇ ਦੇ ਸਾਰੇ ਧਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ। ਪਹਿਲਾ ਜਿਹੜੀਆਂ ਨੇ ਉਹ ਹੈ ਉਹਨਾਂ ਦਾ ਭੌਤਿਕ ਧਨ ਜਾਂ ਭੌਤਿਕ ਵਸਤੂਆਂ। ਦੂਜਾ ਜਿਹੜੀਆਂ ਨੇ ਉਹ ਹੁੰਦੀਆਂ ਉਹ ਕਹਿੰਦੇ ਆ ਅਭੌਤਿਕ ਧਨ ਜਾਂ ਅਭੌਤਿਕ ਵਸਤੂਆਂ। ਠੀਕ ਹੈ। ਤਾਂ ਭੌਤਿਕ ਧਨ ਯਾਨੀ ਕਿ ਭੌਤਿਕ ਚੀਜ਼ਾਂ। ਭੌਤਿਕ ਚੀਜ਼ਾਂ ਕੀ ਹੁੰਦੀਆਂ ਜਿਹਨਾਂ ਨੂੰ ਆਪਾਂ ਆਮ ਤੌਰ ਤੇ ਫਿਜ਼ੀਕਲ ਗੁੱਡਸ ਕਹਿੰਦੇ ਆ। ਅਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਕੋਈ ਆਕਾਰ ਹੁੰਦਾ ਹੈ, ਸਾਈਜ਼ ਹੁੰਦਾ ਹੈ, ਰੰਗ ਹੁੰਦਾ ਹੈ, ਡਿਜ਼ਾਈਨ ਹੁੰਦਾ ਹੈ, ਕਲਰ ਹੁੰਦਾ ਹੈ, ਸ਼ੇਪ ਹੁੰਦੀ ਹੈ, ਜਿਹਨੂੰ ਆਪਾਂ ਛੂ ਸਕਦੇ ਆ। ਉਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੀ ਕਹਿੰਦੇ ਆ? ਭੌਤਿਕ ਵਸਤੂਆਂ ਕਹਿੰਦੇ ਆ। ਜਿਵੇਂ ਬੈਂਚ ਹੋ ਗਿਆ, ਕਾਪੀ ਹੋ ਗਈ, ਕਿਤਾਬ ਹੋ ਗਈ, ਬੈਗ ਹੋ ਗਿਆ, ਆ ਮਾਰਕਰ ਹੋ ਗਿਆ, ਆ ਬੋਰਡ ਹੋ ਗਿਆ। ਇਹ ਸਾਰੀਆਂ ਚੀਜ਼ਾਂ ਕੀ ਨੇ? ਭੌਤਿਕ ਵਸਤੂਆਂ ਨੇ। ਅਭੌਤਿਕ ਵਸਤੂਆਂ ਨੂੰ ਆਪਾਂ ਸੇਵਾਵਾਂ ਵੀ ਕਹਿੰਦੇ ਆ। ਸੇਵਾਵਾਂ ਦਾ ਮਤਲਬ ਕੀ ਹੋਇਆ? ਵੀ ਆਪਾਂ ਕਿਸੇ ਡਾਕਟਰ ਦੀਆਂ ਸੇਵਾਵਾਂ ਲੈਂਦੇ ਹਾਂ, ਕਿਸੇ ਇੰਜੀਨੀਅਰ ਦੀਆਂ ਸੇਵਾਵਾਂ ਲੈਂਦੇ ਹਾਂ, ਕਿਸੇ ਵਕੀਲ ਦੀਆਂ ਸੇਵਾਵਾਂ ਲੈਂਦੇ ਹਾਂ, ਕਿਸੇ ਟੀਚਰ ਦੀਆਂ ਸੇਵਾਵਾਂ ਲੈਂਦੇ ਹਾਂ। ਉਹਨੂੰ ਆਪਾਂ ਕੀ ਕਹਿੰਦੇ ਆ? ਅਭੌਤਿਕ ਧਨ ਜਿਹੜਾ ਹੈ ਉਹ ਕਹਿੰਦੇ ਹਾਂ। ਤਾਂ ਹੁਣ ਐਡਮ ਸਮਿਥ ਜਿਹੜੇ ਨੇ ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਆਪਾਂ ਕੀ ਕਰਨਾ ਹੈ, ਜਿਹੜੇ ਅਲੱਗ-ਅਲੱਗ ਦੇਸ਼ ਨੇ ਉਹਨਾਂ ਵਿੱਚ ਜਿਹੜਾ ਧਨ ਮੌਜੂਦ ਹੈ ਉਸ ਧਨ ਦੀ ਗੱਲ ਕਰਨੀ ਹੈ। ਤਾਂ ਧਨ ਬਾਰੇ ਉਹਨਾਂ ਨੇ ਪਹਿਲੀ ਜਿਹੜੀ ਗਲਤੀ ਕੀਤੀ, ਬਾਅਦ ਵਿੱਚ ਜਾ ਕੇ ਆਪਾਂ ਇਹਦੀ ਆਲੋਚਨਾ ਵੀ ਕਰਾਂਗੇ। ਉਹ ਕਹਿੰਦੇ ਆ ਕਿ ਧਨ ਤੋਂ ਮਤਲਬ ਹਮੇਸ਼ਾ ਭੌਤਿਕ ਵਸਤੂਆਂ ਤੋਂ ਹੁੰਦਾ ਹੈ। ਮਤਲਬ ਜਿਹੜਾ ਧਨ ਮਿਲੂਗਾ, ਜਿਹੜੇ ਪੈਸੇ ਮਿਲਣਗੇ ਉਹ ਕਿਹਦੇ ਬਦਲੇ ਮਿਲਣਗੇ? ਸਿਰਫ ਤੇ ਸਿਰਫ ਭੌਤਿਕ ਵਸਤੂਆਂ ਦੇ ਬਦਲੇ ਮਿਲਣਗੇ। ਅਜਿਹੀਆਂ ਵਸਤੂਆਂ ਦੇ ਬਦਲੇ ਮਿਲਣਗੇ ਜਿਹਨਾਂ ਨੂੰ ਆਪਾਂ ਛੂ ਸਕਦੇ ਹਾਂ ਜਾਂ ਜਿਨ੍ਹਾਂ ਦਾ ਕੋਈ ਆਕਾਰ ਹੁੰਦਾ ਹੈ। ਸੇਵਾਵਾਂ ਦੇ ਬਦਲੇ ਜਾਂ ਅਭੌਤਿਕ ਵਸਤੂਆਂ ਦੇ ਬਦਲੇ ਕਦੇ ਵੀ ਧਨ ਦੀ ਪ੍ਰਾਪਤੀ ਨਹੀਂ ਹੁੰਦੀ। ਤਾਂ ਇਹਨਾਂ ਨੂੰ ਐਡਮ ਸਮਿਥ ਨੇ ਧਨ ਨਹੀਂ ਮੰਨਿਆ। ਤਾਂ ਆਪਾਂ ਬਾਅਦ ਵਿੱਚ ਜਾ ਕੇ
एडम स्मिथ दी परिभाषा दी आलोचना भी करांगे। मतलब हुण एक चीज जिहड़ी आपां पहली याद रखनी है वो ये रखनी है कि एडम स्मिथ के मुताबिक तन तो मतलब की हुंदा है सिर्फ ते सिर्फ भौतिक वस्तुआं तो हुंदा है अजिहियां वस्तुआं जिन्हों आपां छू सकते हैं। हुण वो की कहते हैं वो कहते हैं कि आपां जो ये तन है आपां ये देखना है कि तन दा सुभाव किस तरह का है। सुभाव क्लियर हो गया, सुभाव की होएगा सिर्फ ते सिर्फ भौतिक वस्तुआं होणगियां। दूजा वो कहते हैं आपां इस तन दे की देखने ने कारण देखने ने भी जिहड़ियां ये भौतिक वस्तुआं ने इन्हां दा कारण की है, ये भौतिक वस्तुआं कित्थों आईयां, ये तन किवें पैदा होया, ये जिहड़ियां भौतिक वस्तुआं ने इन्हां नूं कौन बेचूगा, इन्हां नूं कौन खरीदेगा, इन्हां नूं अगर आपां वधाना है तां आपां इन्हां दा उत्पादन किवें होर वधा सकदे हां। तां आपां की करना है अर्थशास्त्र दे विच ये सारी चीज दी की करनी है जांच पड़ताल करनी है। तां अर्थशास्त्र दी एडम स्मिथ दी परिभाषा की कहंदी है वो कहंदे है कि जिहड़े अलग-अलग देश ने उन्हां विच जिहड़ियां भौतिक वस्तुआं दे रूप विच जिहड़ा धन मौजूद है उस धन दा सुभाव यानी कि भौतिक वस्तुआं दे आपां की लभणे ने कारण लभणे ने। मतलब जिहड़ा धन है उनका उत्पादन किवें हो रहा है, उनका उपभोग किवें हो रहा, मतलब उन्होंने वरत्या किवें जा रहा है, उस धन नूं होर अगे किवें वधाया जा सकता है। इन्हां सारियां चीज़ां दी जांच पड़ताल जिहड़ी है वो कौन करेगा, वो अर्थशास्त्र करेगा। ये सी एडम स्मिथ दी धन संबंधी परिभाषा। ठीक है, हुण अगली परिभाषा करन तो पहला आपां की करना है इस परिभाषा दी आलोचना करांगे, क्योंकि जेकर आपां दी आलोचना नहीं करांगे तो फिर आपां अगली परिभाषा ते किवें जा सकदे हां। तां सब तो पहली आलोचना जिहड़ी आपां कर सकदे हां वो की है, पहली आलोचना दा ये है भी ये की करदे है, ये अर्थशास्त्र दे विच सिर्फ ते सिर्फ जिहड़ा है वो भौतिक वस्तुआं नूं लैके चलदे ने, यानी कि अजिहियां चीज़ां नूं लैके चलदे ने जिन्हां नूं आपां वेख सकदे हां, अजिहियां चीज़ां जिन्हां आपां छू सकदे हां। ये कहते हैं कि जिहड़ा धन मिलूगा वो सिर्फ ते सिर्फ जिहड़ा है वो भौतिक वस्तुआं दे बदले मिलूगा, अभौतिक वस्तुआं दे बदले नहीं मिलेगा। पर आपां नूं पता है जदों आपां किसी डॉक्टर कोल, वकील कोल, इंजीनियर कोल, टीचर कोल जांदे हां तां वो आपां नूं अपणियां सेवावां दिंदे ने, तां उन्हां दे बदले आपां नूं की दिंदे हां, धन दिंदे हां। तां धन तां अभौतिक वस्तुआं दे बदले भी मिलदा है। तां पहली गलती एडम स्मिथ दी परिभाषा दी। दूसरी आलोचना जिहड़ी आपां कर सकदे हां, इन्हां ने की कीता अपनी परिभाषा दे विच सिर्फ की कीता धन दा अध्ययन कीता। हुण इस गल दी गलती क्यों कड्डी जांदी है? एक्चुअली की हुंदा है कि जिहड़ा धन है, जिहड़ा पैसा है वो की है, वो सिर्फ ते सिर्फ अपनियां जरूरतां नूं पूरा करन दा एक साधन है, होर धन दी कोई लोड़ नहीं है। सोचो कि जदों धन नहीं हुंदा सी उदों भी तां आपां जिंदा रहिंदे ही हुंदे सी, उदों की हुंदा सी, उदों वस्तु वटांदरा प्रणाली चलदी हुंदी सी, मतलब चीज़ां दा लैन देन आपां चीज़ां दे नाल कर लैंदे सी भी एक बंदे कोल एक चीज़ हैगी है उन्हें की करना है आधी चीज़ दूजे नूं दे देनी है ते दूजी दी चीज़ आप ले लेनी है। तां धन की है सिर्फ अपनियां जरूरतां नूं पूरा करन दा एक साधन है, होर धन दी कोई इंपॉर्टेंस नहीं है। पहले इन्हां ने की कीता अर्थशास्त्र नूं सिर्फ ते सिर्फ धन दा अध्ययन बनाता, जिहड़ा एक इंसान दा कल्याण है, एक इंसान दी जिहड़ी संतुष्टि है ओनू की कीता, ओनू पिछे छड्डता। मतलब ये कहंदे ने मनुख इंपॉर्टेंट नहीं हैगा, इंसान इंपॉर्टेंट नहीं हैगा, इंपॉर्टेंट की है धन इंपॉर्टेंट है। पर सोचण वाली गल ये है कि अगर एक बंदे को सपोज करो कि बड़ा पैसा है पर डॉक्टर उन्होंने कहना है तेरा तो बीपी हाई है, तू तो जरा घ्यो नहीं खाना, तेन तो शुगर है, तू तो खंड नहीं खानी, फिर उनका पैसा किस काम का? जेकर अपने कोल पैसा मौजूद है पर आप उस पैसे नूं आदि संतुष्टि वास्ते, आदि भलाई वास्ते, आदि कल्याण वास्ते वरत ही नहीं सकते, तो फिर उस पैसे का की मतलब होया? तो इस करके धन दा अध्ययन करना इन्हां दी सब तो वड्डी जिहड़ी है वो गलती सी। तीसरी गलती आपां की कह सकदे हां भी इन्हां ने की कीता जिहड़ा मनुखी कल्याण है उनदी इन्हां ने कोई गल नहीं कीती। तां इन्हां सारियां चीज़ां दे आधार ते आपां एडम स्मिथ दी परिभाषा दी आलोचना जिहड़ी है वो कर सकदे हां। पर इहदे बावजूद इन्हां दी परिभाषा दी
ਜਾ ਸਕਦੀ ਹੈ ਵੀ ਇੱਕ ਪਹਿਲਾ ਬੰਦਾ ਸੀ ਜਿਹਨੇ ਘੱਟ ਤੋਂ ਘੱਟ ਇਕਨੋਮਿਕਸ ਨੂੰ ਇੱਕ ਇੰਡੀਪੈਂਡੈਂਟ ਸਬਜੈਕਟ ਦੇ ਤੌਰ ਤੇ, ਇੱਕ ਸੁਤੰਤਰ ਵਿਸ਼ੇ ਦੇ ਤੌਰ ਤੇ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ, ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ। ਕਮ ਸੇ ਕਮ ਘੱਟ ਤੋਂ ਘੱਟ ਇੱਕ ਪਰਿਭਾਸ਼ਾ ਜ਼ਰੂਰ ਆਈ ਆਪਣੇ ਕੋਲ ਵੀ ਹਾਂ ਅਰਥ ਸ਼ਾਸਤਰ ਦੀ ਇਹ ਪਰਿਭਾਸ਼ਾ ਜਿਹੜੀ ਹੈ ਉਹ ਜ਼ਰੂਰ ਹੋ ਸਕਦੀ ਹੈ। ਤਾਂ ਆਪਾਂ ਇਸ ਗੱਲ ਤੇ ਐਡਮ ਸਮਿਥ ਦੀ ਪ੍ਰਸ਼ੰਸਾ ਤਾਰੀਫ ਕਰ ਸਕਦੇ ਹਾਂ। ਜਦੋਂ ਐਡਮ ਸਮਿਥ ਨੇ ਆਪਣੀ ਇਹ ਪਰਿਭਾਸ਼ਾ ਦੇ ਦਿੱਤੀ, ਉਸ ਤੋਂ ਬਾਅਦ ਅਗਲੀ ਪਰਿਭਾਸ਼ਾ ਆਉਣ ਲੱਗਿਆ ਆਪਾਂ ਨੂੰ ਥੋੜਾ ਜਿਹਾ ਇੰਤਜ਼ਾਰ ਹੋਰ ਕਰਨਾ ਪਿਆ। ਅਰਥ ਸ਼ਾਸਤਰ ਦੀ ਜਿਹੜੀ ਦੂਜੀ ਪਰਿਭਾਸ਼ਾ ਹੈ ਉਹ ਦਿੱਤੀ ਐਲਫਰਡ ਮਾਰਸ਼ਲ ਨੇ। ਐਲਫਰਡ ਮਾਰਸ਼ਲ ਨੇ ਵੀ 1890 ਦੇ ਵਿੱਚ ਆਪਣੀ ਕਿਤਾਬ ਲਿਖੀ। ਉਸ ਕਿਤਾਬ ਦਾ ਨਾਮ ਸੀ ਪ੍ਰਿੰਸੀਪਲਸ ਆਫ ਇਕਨੋਮਿਕਸ। ਉਹਦੇ ਵਿੱਚ ਉਹਨਾਂ ਨੇ ਅਰਥ ਸ਼ਾਸਤਰ ਦੀ ਪਰਿਭਾਸ਼ਾ ਦਿੱਤੀ। ਹੁਣ ਇੱਕ ਨੰਬਰ ਦਾ ਪ੍ਰਸ਼ਨ ਹੋਰ ਬਣ ਜਾਂਦਾ ਕਿ ਕਿਤਾਬ ਕਦੋਂ ਛਪੀ ਸੀ? 1890 ਦੇ ਵਿੱਚ। ਕਿਤਾਬ ਦਾ ਨਾਮ ਕੀ ਸੀ? ਪ੍ਰਿੰਸੀਪਲਸ ਆਫ ਇਕਨੋਮਿਕਸ। ਤਾਂ ਉਹਨਾਂ ਨੇ ਆਪਣੀ ਅਰਥ ਸ਼ਾਸਤਰ ਦੀ ਪਰਿਭਾਸ਼ਾ ਦਿੱਤੀ। ਉਸ ਪਰਿਭਾਸ਼ਾ ਨੂੰ ਕਿਹਾ ਜਾਂਦਾ ਹੈ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ। ਤਾਂ ਉਹਨਾਂ ਨੇ ਆਪਣੀ ਪਰਿਭਾਸ਼ਾ ਦੇ ਵਿੱਚ ਕਿਸ ਚੀਜ਼ ਦੀ ਗੱਲ ਕੀਤੀ? ਜਿਵੇਂ ਐਡਮ ਸਮਿਥ ਨੇ ਆਪਣੀ ਪਰਿਭਾਸ਼ਾ ਦੇ ਵਿੱਚ ਧਨ ਦੀ ਗੱਲ ਕੀਤੀ ਸੀ, ਉਵੇਂ ਹੀ ਐਲਫਰਡ ਮਾਰਸ਼ਲ ਨੇ ਆਪਣੀ ਪਰਿਭਾਸ਼ਾ ਦੇ ਵਿੱਚ ਕਿਹਦੀ ਗੱਲ ਕੀਤੀ? ਭੌਤਿਕ ਕਲਿਆਣ ਦੀ ਗੱਲ ਕੀਤੀ। ਹੁਣ ਆਪਾਂ ਇਹਦਾ ਮਤਲਬ ਵੀ ਕੱਢਾਂਗੇ ਕਿ ਭੌਤਿਕ ਕਲਿਆਣ ਤੋਂ ਆਪਣਾ ਮਤਲਬ ਕੀ ਹੁੰਦਾ। ਤਾਂ ਜਿਹੜੇ ਐਲਫਰਡ ਮਾਰਸ਼ਲ ਨੇ ਉਹ ਇਹ ਕਹਿੰਦੇ ਆ ਵੀ ਐਡਮ ਸਮਿਥ ਨੇ ਆਪਣੀ ਪਰਿਭਾਸ਼ਾ ਦੇ ਵਿੱਚ ਸਿਰਫ ਤੇ ਸਿਰਫ ਧਨ ਦੀ ਗੱਲ ਕੀਤੀ। ਉਹਨਾਂ ਨੇ ਕੀ ਕੀਤਾ? ਮਨੁੱਖੀ ਕਲਿਆਣ ਜਿਹੜਾ ਸੀ ਉਹਨੂੰ ਬਿਲਕੁਲ ਪਿੱਛੇ ਛੱਡਤਾ। ਤਾਂ ਹੁਣ ਉਹ ਕਹਿੰਦੇ ਆਪਾਂ ਕੀ ਕਰਾਂਗੇ? ਇਸ ਪਰਿਭਾਸ਼ਾ ਦੇ ਵਿੱਚ ਆਪਾਂ ਕਿੰਨੀ ਗੱਲ ਕਰਾਂਗੇ? ਮਨੁੱਖੀ ਕਲਿਆਣ ਦੀ ਗੱਲ ਕਰਾਂਗੇ। ਪਰ ਹੁਣ ਮਾਰਸ਼ਲ ਵੀ ਕਿੱਥੇ ਗਲਤੀ ਕਰ ਗਏ? ਉਹ ਇੱਥੇ ਗਲਤੀ ਕਰ ਗਏ। ਉਹ ਕਹਿੰਦੇ ਆ ਵੀ ਜਿਹੜਾ ਆਪਾਂ ਨੂੰ ਕਲਿਆਣ ਮਿਲੇਗਾ, ਜੋ ਆਪਾਂ ਨੂੰ ਸੰਤੁਸ਼ਟੀ ਮਿਲੇਗੀ, ਜੋ ਆਪਾਂ ਨੂੰ ਸੈਟੀਸਫੈਕਸ਼ਨ ਮਿਲੇਗੀ, ਉਹ ਕਿੱਥੋਂ ਮਿਲੇਗੀ? ਸਿਰਫ ਤੇ ਸਿਰਫ ਭੌਤਿਕ ਵਸਤੂਆਂ ਤੋਂ ਮਿਲੇਗੀ। ਮਤਲਬ ਅਜਿਹੀਆਂ ਵਸਤੂਆਂ ਤੋਂ ਜਿਹਨੂੰ ਆਪਾਂ ਛੂ ਸਕਦੇ ਹਾਂ। ਇਹੀ ਗੱਲ ਆਪਾਂ ਜਿਹੜੇ ਐਡਮ ਸਮਿਥ ਦੀ ਪਰਿਭਾਸ਼ਾ ਦੇ ਵਿੱਚ ਵੀ ਕਰਕੇ ਆਏ ਆ ਵੀ ਜੋ ਆਪਾਂ ਨੂੰ ਸੰਤੁਸ਼ਟੀ ਮਿਲਦੀ ਹੈ ਉਹ ਆਪਾਂ ਨੂੰ ਅਭੌਤਿਕ ਵਸਤੂਆਂ ਯਾਨੀ ਕਿ ਸੇਵਾਵਾਂ ਤੋਂ ਵੀ ਮਿਲਦੀ ਹੈ। ਤਾਂ ਐਲਫਰਡ ਮਾਰਸ਼ਲ ਦੀ ਪਰਿਭਾਸ਼ਾ ਦੇ ਨਾਮ ਦੇ ਵਿੱਚ ਹੀ ਕੀ ਹੈ? ਉਹਨਾਂ ਦੀ ਇੱਕ ਆਲੋਚਨਾ ਜਿਹੜੀ ਹੈ ਉਹ ਛੁਪੀ ਹੋਈ ਹੈ। ਆਪਾਂ ਬਾਅਦ ਵਿੱਚ ਜਾ ਕੇ ਇਹਦੀ ਆਲੋਚਨਾ ਵੀ ਕਰਾਂਗੇ। ਤਾਂ ਐਲਫਰਡ ਮਾਰਸ਼ਲ ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਅਰਥ ਸ਼ਾਸਤਰ ਕੀ ਹੈ? ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀ ਪਰਿਭਾਸ਼ਾ ਲਿਖਾਂਗੇ। ਲਿਖ ਕੇ ਫਿਰ ਆਪਾਂ ਉਵੇਂ ਹੀ ਹੁੰਦਾ ਇੱਕ ਇੱਕ ਸ਼ਬਦ ਪਕੜਾਂਗੇ ਤੇ ਉਸ ਤੋਂ ਉਹਨਾਂ ਦੀ ਪੂਰੀ ਪਰਿਭਾਸ਼ਾ ਜਿਹੜੀ ਹੈ ਉਹ ਬਣਾ ਲਾਂਗੇ। ਤਾਂ ਉਹ ਕੀ ਕਹਿੰਦੇ ਆ? ਕਹਿੰਦੇ ਇਕਨੋਮਿਕਸ ਕੀ ਹੈ? ਕਹਿੰਦੇ ਆ ਕਿ ਇਕਨੋਮਿਕਸ is the study of mankind in the ordinary business of life that is closely connected with the attainment and use of material requisites of well-being। ठीक है? ਤਾਂ ਇਹ ਜਿਹੜੀ ਹੈ ਇਹ ਐਲਫਰਡ ਮਾਰਸ਼ਲ ਦੀ ਪਰਿਭਾਸ਼ਾ ਹੈ। ਤੁਸੀਂ ਚਾਹੋ ਤਾਂ ਇਸ ਪਰਿਭਾਸ਼ਾ ਨੂੰ ਪੰਜਾਬੀ ਵਿੱਚ ਵੀ ਲਿਖ ਸਕਦੇ ਹੋ। ਮੈਂ ਤੁਹਾਨੂੰ ਇਹਦਾ ਸਾਰਾ ਮਤਲਬ ਜਿਹੜਾ ਹੈ ਉਹ ਸਮਝਾਉਣ ਲੱਗਿਆ। ਤਾਂ ਉਹ ਕੀ ਕਹਿੰਦੇ ਆ? ਕਹਿੰਦੇ ਇਕਨੋਮਿਕਸ ਯਾਨੀ ਕਿ ਅਰਥ ਸ਼ਾਸਤਰ ਕੀ ਹੈ? ਕਹਿੰਦੇ ਇਹ ਅਧਿਐਨ ਹੈ, ਸਟੱਡੀ ਹੈ, ਇੱਕ ਪੜ੍ਹਾਈ ਹੈ। ਕਿਸ ਚੀਜ਼ ਦੀ? ਮੈਨਕਾਈਂਡ ਦੀ ਯਾਨੀ ਕਿ ਮਨੁੱਖਤਾ ਦੀ। ਮਤਲਬ ਹੁਣ ਸੋਚੋ ਵੀ ਐਡਮ ਸਮਿਥ ਕਿਹਦੀ ਗੱਲ ਕਰਦੇ ਪਏ ਸੀ? ਧਨ ਦੀ। ਇਹ ਕਿਹਦੀ ਗੱਲ ਕਰਦੇ ਪਏ ਆ? ਮਨੁੱਖ ਦੀ। ਮਤਲਬ ਇਹਨਾਂ ਨੇ ਆਪਣੀ ਪਰਿਭਾਸ਼ਾ
परिभाषा दे विच धन नूं महत्व नहीं दिता, इन्हां ने अपनी परिभाषा दे विच मनुख नूं महत्व दिता। वो कहते धन इंपॉर्टेंट नहीं हैगा, मनुख इंपॉर्टेंट है, मनुख दा कल्याण इंपॉर्टेंट है। ताही आपां इन्हां दी परिभाषा नूं कल्याण संबंधी परिभाषा कहते हां। तो कहते भी ये अध्ययन है किस चीज दा, मनुखता दा अध्ययन है, भी एक मनुख किस तरह दा व्यवहार अपनाउंदा है उस चीज दा अध्ययन है। हुण जेड़ा आपां मनुखता दा अध्ययन करना है वो किहदे विच करना है, वो है ऑर्डिनरी बिजनेस ऑफ लाइफ। ऑर्डिनरी मतलब आम, बिजनेस यानी कि व्यापार, लाइफ मतलब जिंदगी दा, मतलब जो आपां अपनी आम जिंदगी दे विच जो व्यापार करदे हां उहदे विच अध्ययन है। हुण आम जिंदगी दे विच व्यापार करना, व्यापार की हुंदा है, व्यापार च आपां की करदे हां भी कोई चीज आपां ले लैणे आ ते कोई चीज आपां दे दिंदे आ। जदों आपां कोई चीज लवांगे उहदे बदले आपां नूं पैसे देने पैणगे, ते जदों आपां कोई चीज देवांगे उहदे बदले आपां नूं पैसे मिल जाणगे। तां ऑर्डिनरी बिजनेस ऑफ लाइफ दा मतलब समझो वो ये है पैसे कमाना ते पैसे खर्च करना। यानी आपां की करने वाले हां, आपां मनुखता दा अध्ययन करने वाले हां किंदे विच, आम जिंदगी दे विच, जिंदे च एक मनुख की करदा है जां तां पैसे कमाउंदा है ते जां पैसे नूं खर्च करदा है, जिंदे विच वो की करन दी कोशिश करदा है। मतलब जदों आपां पैसे कमावांगे ते पैसे खर्च करांगे उहदे च अपना मेन मकसद की होगा, वो होगा कहंदा जुड़िया होएगा, कनेक्टेड, क्लोजली, बड़े नेड़े तौर ते जुड़िया होगा किंदे नाल, अटेनमेंट। अटेनमेंट हुंदा है प्राप्ति करना, एंड यूज वरतों करना। किस चीज की वरतों, मटीरियल रिक्विजिट्स ऑफ वेलबींग। मटीरियल मतलब भौतिक, रिक्विजिट्स जरूरतां, वेलबींग कल्याण। मतलब हुण आपां अगर सारी परिभाषा नूं इकट्ठा देखिए तां मीनिंग क्लियर हो जाता है। वो की कहना चाहते हैं, कहते अर्थशास्त्र जिहड़ा है वो आम जिंदगी दे विच मनुखता दा अध्ययन है, जिहड़ा किस वास्ते कीता जाता है, इस करके कीता जाता है ताकि जिहड़ियां मटीरियलिस्टिक मतलब भौतिक चीज़ां ने, किहड़ियां भौतिक चीज़ां जिन्हां तो आपां नूं कल्याण मिल सकता है, उन्हां दी अटेनमेंट यानी कि प्राप्ति ते उन्हां दी वरतों करन दे नाल आपां उहदा अध्ययन करना है। यानी मार्शल की कह रहे हैं, वो कहते हैं अर्थशास्त्र दे विच आपां की करांगे, एक आम मनुख दा अध्ययन करांगे आम जिंदगी दे विच, जिंदे विच वो की करूगा जिहड़ियां भौतिक वस्तुआं तो उसनूं कल्याण मिलदा है उन्हां दी वो प्राप्ति करेगा ते उन्हां दी वो वरतों करेगा ताकि वो अपने कल्याण नूं वध तों वध कर सके, अपनी संतुष्टि नूं वध तों वध कर सके। ठीक हो गया, एसी एल्फ्रेड मार्शल दी परिभाषा। हुण आपां इहदी भी आलोचना कर सकते हां। हुण आलोचना किवें हो सकती है? पहली आलोचना ये की कहते हैं, जिवें मैं सब तो पहला गल कीती सी, ये कहते हैं कि जिहड़ा कल्याण है वो कित्थों मिलूगा, वो आपां नूं सिर्फ भौतिक वस्तुआं तो मिलण वाला है। पर आपां तां हुणे गल कीती भी कल्याण आपां नूं अभौतिक वस्तुआं या सेवावां तो भी मिलदा है। दूजी गल इन्हां ने की कीता, ये कहते हैं कि आपां की करांगे अर्थशास्त्र दे विच सिर्फ उन्हां चीज़ां नूं लवांगे जिन्हां तो आपां नूं कल्याण मिलदा है, जिन्हां तो आपां नूं कल्याण नहीं मिलदा आपां उन्हां नूं अर्थशास्त्र दे विच शामिल नहीं करांगे। पर सोचण वाली गल यह है भी जिहड़ा कल्याण है वो की है, ये है एक मनोविज्ञानिक धारणा, एक मनोवैज्ञानिक धारणा है। मतलब जिहड़ा कल्याण है, जिहड़ी संतुष्टि है वो अपनी मनोविज्ञान ते, अपनी साइकोलॉजी ते, अपनी सोच ते निर्भर करता है। इहनूं आपां माप नहीं सकते। अगर मान लो मैं कमा के मैं एक गिलास पानी पीता तो मैनूं उहदे तो कल्याण मिलेगा, पर पूछा जाए कि मैनूं उहदे तो कितना कल्याण मिलेगा, आपां नूं माप ही नहीं सकते। जां आपां चाह पीती, आपां रोटी खाधी, आपां कहंदे रोज आपां नूं कल्याण तां मिलिया, आपां नूं संतुष्टि तां मिली, पर आपां किवें दसांगे भी आपां नूं संतुष्टि किन्नी मिली? आपां नूं लीटर, मीटर, क्विंटल, टन, किलो, ग्राम आपां नूं माप ही नहीं सकते। तां सोचण वाली गल है कि जिहड़ी चीज़ नूं आपां माप ही नहीं सकते उहनूं आपां अर्थशास्त्र दे विच किवें ले सकदे हां? तां क्योंकि कल्याण नूं मापिया नहीं जा सकदा, इस करके उहनूं अर्थशास्त्र
है भी ਜਿਹੜਾ ਕਲਿਆਣ ਹੈ ਇੱਕ ਤਾਂ ਉਹ ਮਨੋਵਿਗਿਆਨਿਕ ਧਾਰਨਾ ਹੈ ਦੂਜਾ ਕੀ ਹੈ ਉਹ ਇੱਕ ਵਿਅਕਤੀਗਤ ਧਾਰਨਾ ਵੀ ਹੈ ਵਿਅਕਤੀਗਤ ਧਾਰਨਾ ਦਾ ਮਤਲਬ ਕੀ ਹੈ ਵੀ ਇਹ ਹਰੇਕ ਵਿਅਕਤੀ ਤੋਂ ਵਿਅਕਤੀ ਬਦਲ ਜਾਂਦਾ ਹੈ कहना मतलब की है कि अगर ये कहते हैं भी ਜਿਹੜੀਆਂ ਚੀਜ਼ਾਂ ਤੋਂ ਕਲਿਆਣ ਮਿਲਦਾ ਹੈ ਉਹਨੂੰ ਤਾਂ ਆਪਾਂ ਅਰਥ ਸ਼ਾਸਤਰ ਦੇ ਵਿੱਚ ਲਵਾਂਗੇ ਜਿਨ੍ਹਾਂ ਤੋਂ ਕਲਿਆਣ ਨਹੀਂ ਮਿਲਦਾ ਉਹਨਾਂ ਨੂੰ ਨਹੀਂ ਲਵਾਂਗੇ ਹੁਣ ਕਈ ਚੀਜ਼ਾਂ ਅਜਿਹੀਆਂ ਹੋ ਸਕਦੀਆਂ ਨੇ ਜਿਨ੍ਹਾਂ ਤੋਂ ਇੱਕ ਬੰਦੇ ਨੂੰ ਕਲਿਆਣ ਮਿਲਦਾ ਹੈ ਪਰ ਦੂਜੇ ਨੂੰ ਨਹੀਂ ਮਿਲਦਾ ਜਿਵੇਂ ਅਗਰ ਮੈਂ ਕਹਾਂ ਕਿ ਮੈਂ ਚਾਹ ਨਹੀਂ ਪੀਂਦਾ ਕਿਉਂ ਨਹੀਂ ਪੀਂਦਾ ਕਿਉਂਕਿ ਮੈਨੂੰ ਚਾਹ ਤੋਂ ਕੋਈ ਸੰਤੁਸ਼ਟੀ ਕੋਈ ਕਲਿਆਣ ਨਹੀਂ ਮਿਲਦਾ ਮੈਂ ਕਹਾਂ ਲੋ ਜੀ ਚਾਹ ਤੋਂ ਤਾਂ ਮੈਨੂੰ ਕੋਈ ਕਲਿਆਣ ਨਹੀਂ ਮਿਲਦਾ ਤਾਂ ਚਾਹ ਨੂੰ ਆਪਾਂ ਅਰਥ ਸ਼ਾਸਤਰ ਵਿੱਚ ਸ਼ਾਮਿਲ ਨਹੀਂ ਕਰਨਾ ਪਰ ਦੂਜੇ ਕਹਿੰਦੇ ਨਾ ਜੀ ਅਸਤਾ ਚਾਹ ਪੀਂਦੇ ਆ ਸਾਨੂੰ ਤਾਂ ਕਲਿਆਣ ਮਿਲਦਾ ਹੈ ਇਹਨੂੰ ਤਾਂ ਸ਼ਾਮਿਲ ਕਰੋ ਤਾਂ ਕਲਿਆਣ ਜਿਹੜਾ ਹੈ ਕਿਉਂਕਿ ਉਹ ਵਿਅਕਤੀ ਤੋਂ ਵਿਅਕਤੀ ਬਦਲ ਜਾਂਦਾ ਹੈ ਆਪਾਂ ਹੁਣ ਕਿਵੇਂ ਦੱਸਾਂਗੇ ਵੀ ਕਿਹੜੀ ਚੀਜ਼ ਨੂੰ ਸ਼ਾਮਿਲ ਕਰਨਾ ਹੈ ਤੇ ਕਿਹੜੀ ਚੀਜ਼ ਨੂੰ ਆਪਾਂ ਸ਼ਾਮਿਲ ਨਹੀਂ ਕਰਨਾ ਜਿਹੜੇ ਤਾਂ ਨਾਨ ਵੈਜ ਖਾ ਲੈਂਦੇ ਆ ਉਹ ਤਾਂ ਕਹਿੰਦੇ ਸਾਨੂੰ ਤਾਂ ਕਲਿਆਣ ਮਿਲਦਾ ਹੈ ਇਹਨੂੰ ਅਰਥ ਸ਼ਾਸਤਰ ਵਿੱਚ ਲਵੋ ਜਿਹੜੇ ਨਹੀਂ ਖਾਂਦੇ ਉਹ ਕਹਿੰਦੇ ਸਾਨੂੰ ਤਾਂ ਕਲਿਆਣ ਨਹੀਂ ਮਿਲਦਾ ਇਹਨੂੰ ਅਰਥ ਸ਼ਾਸਤਰ ਚੋਂ ਬਾਹਰ ਕੱਢ ਦਿਓ ਤਾਂ ਐਡਮ ਸਮਿਥ ਦੀ ਤਰ੍ਹਾਂ ਇਹਨਾਂ ਦੀ ਪਰਿਭਾਸ਼ਾ ਜਿਹੜੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਪੂਰੀ ਪਰਿਭਾਸ਼ਾ ਨਹੀਂ ਹੈ ਇਹਦੇ ਵੀ ਆਪਾਂ ਕਈ ਆਧਾਰ ਤੇ ਆਲੋਚਨਾ ਕਰ ਸਕਦੇ ਹਾਂ ਉਮੀਦ ਹੈ ਤੁਹਾਨੂੰ ਲੈਕਚਰ ਜਿਹੜਾ ਹੈ ਉਹ ਸਮਝ ਵਿੱਚ ਆਇਆ ਹੋਊਗਾ ਅਗਰ ਕੋਈ ਤੁਹਾਡਾ ਡਾਊਟ ਹੈ ਕੋਈ ਚੀਜ਼ ਪੁੱਛਣਾ ਚਾਹੁੰਦੇ ਹੋ ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਸੇਜ ਪਾਓ ਦੂਜੀ ਗੱਲ ਮੈਂ ਜਿਹੜਾ ਆਪਣੇ ਪਿਛਲੇ ਲੈਕਚਰ 'ਚ ਵੀ ਕਹੀ ਸੀ ਕਿ ਸਾਡੀ ਮੋਬਾਈਲ ਐਪ ਜਿਹੜੀ ਹੈ ਉਹ ਵੀ ਡਾਊਨਲੋਡ ਕਰ ਲਓ ਮੋਬਾਈਲ ਐਪ ਦਾ ਨਾਮ ਤੇ ਸਾਡੇ ਚੈਨਲ ਦਾ ਨਾਮ ਬਿਲਕੁਲ ਸੇਮ ਹੈ ਇਕੋਨੋਮਿਕਾ ਤਾਂ ਉਹਦੇ ਉੱਪਰ ਤੁਹਾਨੂੰ ਸਾਰਾ ਸਟੱਡੀ ਮਟੀਰੀਅਲ ਜਿਹੜਾ ਹੈ ਉਹ ਜ਼ਰੂਰ ਮਿਲੇਗਾ ਤਾਂ ਅਗਲੇ ਲੈਕਚਰ ਦੇ ਵਿੱਚ ਆਪਾਂ ਅਰਥ ਸ਼ਾਸਤਰ ਬਾਰੇ ਦੋ ਪਰਿਭਾਸ਼ਾਵਾਂ ਜਿਹੜੀਆਂ ਹੋਰ ਦਿੱਤੀਆਂ ਗਈਆਂ ਨੇ ਆਪਾਂ ਉਹਨਾਂ ਦੀ ਗੱਲ ਜਿਹੜੀ ਹੈ ਉਹ ਕਰਾਂਗੇ ਥੈਂਕ ਯੂ ਵੈਰੀ ਮਚ